परम सत्कारयोग सतगुरां दी साजी निवाजी गुरु रूप प्यारी साध संगत जी। अकाल पुरख महाराजियां ने किरपा कीती है। नितनेम कर्म अनुसार परमेश्वर दे चरनां विच जुड़ बैठण दा सुभाग समा मिलिया। मनुखता दी सारी जिंदगी दे विच जो भी इनू समाज दे विचों मिलदा है, तकरीबन उहदी सांभ संभाल ये बड़े सुचज्जे ढंग दे नाल करदा है। यतन करदा है कि जो भी मैनू मिले है ये हुण मेरे कोलों ना जावे। जिन्ना कुछ मिले है, जो मिले है, ये सब कुछ मेरे कोल ही रहे। और ना ही ये मनुख कदे चैन दे नाल बैठदा है जे कुछ इनू मिल के दे कोलों चलिया जावे। फिर ये बड़ा दुखी हुंदा है। बचपन दे विच मिलिया सी प्यार, चलिया गया। मिलिया सी बचपना, चलिया गया। अज जवानी दे विच याद करदा है बचपने नूं, बुढ़ेपे दे विच जाके याद करदा है जवानी नूं। रब्बी निजम ने जो कुछ भी मिलिया सब दा सब इहदे हत्थों चलिया गया। पर मनुख नहीं चाहुंदा कि जो कुछ भी मैनू मिले है ये मेरे कोलों खुस जावे। इनू बड़ा कुछ मिलिया ते बड़ा कुछ इहदे कोलों चलिया गया। महाराज कहंदे तेरे कोलों सब कुछ जाना है, परमात्मा दा जिहड़ा नाम है इहदे भी यतन करया कर। जदों तैनूं मिले, जिथे भी मिले, उसे जगह ते अपनी पकड़ वधा लिया कर तां कि परमेश्वर दा नाम तेरे कोलों जावे ना। पकड़ वधाया कर उसदी। मनुख नूं जो कुछ दिखाई दिंदा है ये उहदे नाल अपनी पकड़ वधा लैंदा है। जिन्ना कुछ भी इनू दिखाई दिंदा है, दरख्त दिखाई दिंदा है, फलदार बूटे ने इनू दिखाई दिंदे ने, पकड़ वधा लैंदा उस दे नाल। पर जो इनू दिखाई नहीं दिंदा कि इस दरख्त दीआं जड़ां कित्थे ने, जड़ां कित्थे ने, उन्हां दे नाल नहीं जुड़दा। मनुखता दी होंद है, जड़ है इसदी परमात्मा दा नाम सिमरन बंदगी करना। ते बंदगी तो बिना कोई बंदा नहीं है। गुरबाणी ने सिद्ध कर दिता है बहुत जगह ते, बंदगी शब्द तो ही बंदा बने। इहदी होंद है, इहदियां जड़ां ने बंदगी। अगर भाई जे बंदगी नहीं करदा ते ये अपनियां जड़ां नहीं देख सकदा। ते जिन्ना टाइम जड़ां मजबूत ना होवन उन्ना वक्त दरख्त जिहड़ा है ये कोई बहुता फल नहीं दे सकदा। मनुख दीआं जड़ां ने ते कुछ वस्तुआं तां इहो जिहियां ने ਜਿਹੜੀਆਂ दरख्त दी जड़ां नूं मजबूत करदियां ने।
ਕੁਝ ਇਹੋ ਜਿਹੀਆਂ ਨੇ ਜਿਹੜੀਆਂ ਦਰਖਤ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਦੀਆਂ ਨੇ। ਕਮਜ਼ੋਰ ਕਰਦੀਆਂ ਨੇ ਅਤੇ ਜਦੋਂ ਦਰਖਤ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਦਿਸਣ ਫਿਰ ਉਸ ਦੇ ਵਿੱਚ ਕੋਈ ਨਾ ਕੋਈ ਦਵਾਈ ਡਾਲ ਦਿੱਤੀ ਜਾਂਦੀ ਹੈ ਤਾਂ ਕਿ ਜੜ੍ਹਾਂ ਮਜ਼ਬੂਤ ਰਹਿਣ। ਜੜ੍ਹਾਂ ਨਾ ਹਿੱਲਣ, ਜੇ ਜੜ੍ਹਾਂ ਹਿੱਲ ਗਈਆਂ ਤਾਂ ਗਿਆ ਦਰਖਤ, ਕੀ ਫਲ ਲਵਾਂਗੇ ਉਸ ਤੋਂ? ਸੁੱਕ ਜਾਣਾ ਉਸਨੇ ਥੋੜ੍ਹੇ ਸਮੇਂ ਦੇ ਵਿੱਚ। ਮਨੁੱਖਤਾ ਨੇ ਉਸੇ ਨੂੰ ਸੱਚ ਮੰਨਿਆ ਜੋ ਇਹਨੂੰ ਦਿਖਾਈ ਦਿੰਦਾ ਹੈ। ਜੋ ਇਸ ਦੀਆਂ ਜੜ੍ਹਾਂ ਨੇ, ਇਹਦੀਆਂ ਜੜ੍ਹਾਂ ਨੇ ਜਿਹੜਾ ਮਨੁੱਖ ਦੇ ਅੰਦਰ ਸੁਰਤ ਚੱਲਦੀ ਹੈ, ਮਤ ਚੱਲਦੀ ਹੈ, ਮਨ ਚੱਲਦੀ ਹੈ, ਬੁੱਧ ਹੈ, ਇਹ ਜ਼ਿੰਦਗੀ ਦੀਆਂ ਜੜ੍ਹਾਂ ਨੇ ਜੋ ਦਿਖਾਈ ਨਹੀਂ ਦਿੰਦੀਆਂ, ਪਰ ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਔਰ ਇਹ ਤਨ ਦੇ ਸਰੀਰ ਦੇ ਗੁੱਝੇ ਭੇਦ ਨੇ। ਜਪਜੀ ਸਾਹਿਬ ਦੇ ਵਿੱਚ ਸੁਣਿਆ ਜੋਗ ਜੁਗਤ ਤਨ ਭੇਦ, ਇਹ ਤਨ ਦੇ ਭੇਦ ਨੇ ਵੀ ਤਨ ਦੇ ਵਿੱਚ ਕਿੰਨੀਆਂ ਨਾੜੀਆਂ ਨੇ, ਕਿੰਨਾ ਖੂਨ ਕਿਵੇਂ ਕਿਵੇਂ ਸਰਕਲ ਕਰਦਾ, ਕਿਵੇਂ ਕਿਵੇਂ ਇਹ ਸਾਰੇ ਦਾ ਸਾਰਾ ਸਰੀਰ ਚੱਲ ਰਿਹਾ। ਤਨ ਦੇ ਭੇਦ ਨੇ, ਬੜਾ ਕੁਛ ਹੈ ਇਸ ਤਨ ਦੇ ਅੰਦਰ, ਸਰੀਰ ਦੇ ਅੰਦਰ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਦੀ ਜੜ ਹੈ, ਮਨੁੱਖਤਾ ਦੀ ਜੜ ਹੈ ਸਿਮਰਨ ਬੰਦਗੀ। ਅਗਰਵਾਈਜ਼ ਜੇ ਇਹ ਸਿਮਰਨ ਤੇ ਬੰਦਗੀ ਤੋਂ ਲਾਂਭੇ ਹੁੰਦਾ ਹੈ ਤੇ ਇਸ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਹੱਲ ਜਾਂਦੀਆਂ ਨੇ। ਦਰਖਤ ਤੇ ਖੜਾ ਰਹਿੰਦਾ ਪਰ ਉਹਦੀਆਂ ਟਹਿਣੀਆਂ ਜਿਹੜੀਆਂ ਨੇ ਉਹ ਸੁੱਕ ਜਾਂਦੀਆਂ ਨੇ, ਫਿਰ ਉਹ ਕਿਸੇ ਕਰਮ ਦਾ ਨਹੀਂ ਰਹਿੰਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਆਪਣੀਆਂ ਜੜ੍ਹਾਂ ਤੋਂ ਮਜ਼ਬੂਤ ਨਾ ਰੱਖੀਆਂ, ਸਰੀਰ ਰੂਪੀ ਦਰਖਤ ਵੀ ਤੇਰਾ ਇੱਕ ਦਿਨ ਸੁੱਕ ਜਾਣਾ ਹੈ। ਸੁੱਕਣ ਤੋਂ ਮਤਲਬ ਕੀ ਹੈ ਕਿ ਇਹਨੇ ਇੰਨਾ ਦੁੱਖਾਂ ਨੇ ਜ਼ਿੰਦਗੀ ਘੇਰ ਲੈਣੀ ਹੈ ਕਿ ਇਹਨੂੰ ਇੱਕ ਪਲ ਵੀ ਦੁੱਖਾਂ ਨੇ ਦੂਰ ਨਹੀਂ ਜਾਣਾ ਇਸ ਜ਼ਿੰਦਗੀ ਤੋਂ। ਇੱਕ ਜ਼ਿੰਦਗੀ ਨੂੰ ਕਈ ਕਈ ਦੁੱਖ ਲੱਗ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹਨਾਂ ਤੋਂ ਅਕਾਲ ਪੁਰਖ ਮਹਾਰਾਜ ਜੀਆਂ ਦਾ ਤੂੰ ਸਿਮਰਨ ਬੰਦਗੀ ਕਰਿਆ ਕਰ, ਉਹਦੇ ਨਾਲ ਤੇਰੀਆਂ ਜੜ੍ਹਾਂ ਮਜ਼ਬੂਤ ਰਹਿੰਦੀਆਂ ਨੇ। ਬਾਹਰੋਂ ਨਾ ਦੇਖੀ ਜਾਇਆ ਕਰ, ਬਾਹਰੋਂ ਦੇਖਦੀ ਹੈ ਦੁਨੀਆ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਤਾਂ ਹਦਾਇਤਾਂ ਨੇ, ਬਾਹਰੋਂ ਦੇਖਿਆ ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੀਆਂ ਵੱਡੀਆਂ ਉਹਦੇ ਵਿੱਚ ਸਹੂਲਤਾਂ, ਬੜਾ ਵੱਡਾ ਧਨ ਦੇਖਦੀ ਹੈ ਸਾਰੀ ਦੁਨੀਆ। ਕੋਈ ਮਹਾਰਾਜ ਦੇ ਰੁਮਾਲੇ ਦੇਖਦਾ, ਕੋਈ ਬਿਲਡਿੰਗ ਦੇਖਦਾ, ਕੋਈ ਸਹੂਲਤਾਂ ਕਿੰਨੇ ਪ੍ਰਕਾਰ ਦੀਆਂ ਨੇ, ਕੀ ਕੁਛ ਹੈ, ਦੇਖਦੇ ਸਾਰਾ ਕੁਛ ਦਿਖਾਈ ਦਿੰਦਾ ਨਾ ਸਾਨੂੰ। ਦਸੇ ਪਾਤਸ਼ਾਹੀਆਂ ਨੂੰ ਕਦੇ ਨਹੀਂ ਮਨੁੱਖ ਨੇ ਦੇਖਿਆ ਹੋਣਾ। ਚਲੋ ਜੇ ਦੇਖ ਵੀ ਲਈਆਂ, ਅਰਦਾਸ ਦੇ ਵਿੱਚ ਨਾ ਅਸੀਂ ਨਿੱਤ ਇੱਕ ਵਚਨ ਪੜ੍ਹਦੇ ਹਾਂ, ਉਹਦੇ ਵਿੱਚ ਕੋਈ ਗ੍ਰੰਥ ਇਕੱਲਾ ਅਰਦਾਸੀਆ ਸਿੰਘ ਨਹੀਂ ਪੜ੍ਹਦਾ, ਸਾਰੇ ਹੀ ਰਲ ਕੇ ਪੜ੍ਹਦੇ ਹਾਂ। ਜਦੋਂ ਦੋਹਰਾ ਪੜ੍ਹਦੇ ਹਾਂ ਨਾ ਮਗਰੋਂ, ਉਹਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤੁਸੀਂ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਕਰਕੇ ਮੰਨਿਓ, ਕਿਉਂਕਿ ਦਸੇ ਪਾਤਸ਼ਾਹੀਆਂ ਦੀ ਦੇਹ ਹੈ। ਇਹੀ ਵਚਨ ਪੜ੍ਹਦੇ ਹਾਂ। ਦਸੇ ਪਾਤਸ਼ਾਹੀਆਂ ਨਹੀਂ ਦੇਖੀਆਂ, ਚੱਲ ਜੇ ਦੇਖ ਵੀ ਲਈਆਂ ਤੇ ਫਿਰ ਮਹਾਰਾਜ ਕਹਿੰਦੇ ਇੱਥੇ ਵਸ ਨਹੀਂ ਹੈ, ਉਦੋਂ ਅਗਾਹਾਂ ਵੀ ਕੁਛ ਹੈਗਾ।
ਉਸ ਤੋਂ ਅਗਾਹਾਂ ਵੀ ਕੁਛ ਹੈ। ਦਸੇ ਪਾਤਸ਼ਾਹੀਆਂ ਤੋਂ ਅਗਾਹਾਂ ਕੁਛ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨੋ। ਦਸੇ ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰੇ ਵੀ ਕਰ ਲਿਓ, ਪਰ ਜਿੰਨਾ ਵਕਤ ਤੁਸੀਂ ਸ਼ਬਦ ਦਾ ਅਭਿਆਸ ਕਰਕੇ ਸ਼ਬਦ ਦੀ ਖੋਜ ਨਹੀਂ ਨਾ ਕਰਦੇ, ਉਹਨਾਂ ਟਾਈਮ ਗੱਲ ਨਹੀਂ ਬਣਨੀ, ਉਹਨਾਂ ਟਾਈਮ ਗੱਲ ਨਹੀਂ ਬਣਨੀ। ਅਰਦਾਸ 'ਚ ਪੜ੍ਹਦੇ ਹਾਂ ਅਸੀਂ ਨਿੱਤ, ਇਹ 10ਵੇਂ ਗ੍ਰੰਥ ਦੀ ਬਾਣੀ ਹੈ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਹੈ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੇ ਲੇਹ। ਤੁਹਾਨੂੰ ਸ਼ਬਦ ਦੇ ਵਿੱਚੋਂ ਖੋਜਣਾ ਪੈਣਾ, ਫਿਰ ਸ਼ਬਦ ਅਭਿਆਸ ਸਿਮਰਨ ਬੰਦਗੀ ਕਰਨੀ ਪੈਣੀ ਹੈ, ਫਿਰ ਤੁਹਾਨੂੰ ਪਰਮਾਤਮਾ ਮਿਲੇਗਾ, ਫਿਰ ਮਿਲਣਾ ਪਰਮਾਤਮਾ। ਤੇ ਬਾਹਰੋਂ ਦੇਖ ਦੇਖ ਕੇ ਕੁਛ ਨਹੀਂ ਮਿਲਣਾ। ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਤਕਰੀਬਨ ਇੰਝ ਲੱਗਦੀ ਹੈ ਮਨੁੱਖ ਦੀ, ਬਿਨਾਂ ਸਿਮਰਨ ਤੋਂ, ਬਿਨਾਂ ਬੰਦਗੀ ਤੋਂ। ਬਹੁਤੀਆਂ ਜ਼ਿੰਦਗੀਆਂ ਤਾਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਨੂੰ ਇਹ ਦੋਹਰਾ ਪੂਰਨ ਰੂਪ ਦੇ ਵਿੱਚ ਪੜ੍ਹਨਾ ਨਹੀਂ ਆਉਂਦਾ। ਅਰਦਾਸ ਤੋਂ ਪਹਿਲਾਂ ਜਦੋਂ ਅਸੀਂ ਅਰਦਾਸ ਸ਼ੁਰੂ ਕਰਦੇ ਹਾਂ ਨਾ, ਇੱਕ ਸ਼ਬਦ ਮਹਾਰਾਜ ਦਾ ਉਦੋਂ ਵੀ ਅਸੀਂ ਪੜ੍ਹਦੇ ਹਾਂ। ਉਦੋਂ ਪੜ੍ਹਦੇ ਹਾਂ ਅਸੀਂ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ। ਸ਼ੁਰੂਆਤ ਦੇ ਵਿੱਚ ਤੂੰ ਠਾਕੁਰ ਤੁਮ ਪਹਿ ਅਰਦਾਸ, ਜਦੋਂ ਇਹ ਸ਼ਬਦ ਪੜ੍ਹਦੇ ਹਾਂ ਨਾ, ਬਹੁਤੀਆਂ ਜ਼ਿੰਦਗੀਆਂ ਨੂੰ ਤਾਂ ਹਜੇ ਤੱਕ ਇਹ ਸ਼ਬਦ ਵੀ ਸਹੀ ਪੜ੍ਹਨਾ ਨਹੀਂ ਆਇਆ। ਤੇ ਜੇ ਪੁੱਛੀਏ ਕਿੰਨਾ ਕੁ ਟਾਈਮ ਹੋ ਗਿਆ ਅਰਦਾਸ 'ਚ ਆਉਂਦੇ ਨੂੰ, ਕਹਿੰਦੇ 20 ਸਾਲ ਹੋ ਗਏ। ਕੀ ਕਰਦਾ ਰਿਹਾ ਫਿਰ ਤੂੰ ਅਰਦਾਸ 'ਚ ਖੜ੍ਹ ਕੇ? 20 ਸਾਲ ਬਸ ਇੰਝ ਹੀ ਖੜ੍ਹਦਾ ਰਿਹਾ। 20 ਸਾਲ ਹੋ ਗਏ ਤੈਨੂੰ ਇੱਕ ਕੰਮ ਕਰਦੇ ਨੂੰ, 20 ਸਾਲਾਂ ਦੇ ਵਿੱਚ ਵੀ ਹਜੇ ਤੈਨੂੰ ਕੰਮ ਕਰਨਾ ਨਹੀਂ ਆਇਆ, ਹਜੇ ਤੱਕ ਬੋਲਣਾ ਨਹੀਂ ਆਇਆ। ਬਥੇਰੇ ਇਹਨਾਂ ਸ਼ਬਦਾਂ ਦਾ ਤੋੜ ਮਰੋੜ ਕਰਦੇ ਨੇ, ਗਲਤ ਪੜ੍ਹਦੇ ਨੇ, ਜਿਹਦਾ ਕੋਈ ਫਾਇਦਾ ਨਹੀਂ ਹੈ। ਲਗਾਤਾਰ ਲੰਮਾ ਸਮਾਂ ਹੋ ਜਾਂਦਾ ਹੈ ਸ਼ਬਦ ਪੜ੍ਹਦਿਆਂ ਨੂੰ, ਪਰ ਉਹਨਾਂ ਸ਼ਬਦਾਂ ਦੀ ਹਜੇ ਤੱਕ ਬੋਲਣ ਦੀ ਪੂਰਨ ਸਮਰੱਥਾ ਮਨੁੱਖ ਦੀ ਨਹੀਂ ਬਣੀ ਹੈ। ਤੇ ਜਿਹਨੂੰ ਹਜੇ ਤੱਕ ਸ਼ਬਦ ਬੋਲਣਾ ਨਹੀਂ ਆਇਆ, ਉਹਦੇ ਅਰਥਾਂ ਦਾ ਕੀ ਪਤਾ ਲੱਗੂ? ਜਿੱਦੇ ਨੂੰ ਅਰਥਾਂ ਦਾ ਪਤਾ ਲੱਗੂਗਾ, ਉਹਦੇ ਨੂੰ ਸਿਮਰਨ ਬੰਦਗੀ ਕਰਨੀ ਲੱਗੂਗਾ, ਤੇ ਐਡੀ ਵੱਡੀ ਮਨੁੱਖ ਨੂੰ ਜ਼ਿੰਦਗੀ ਨਹੀਂ ਮਿਲੀ। ਇੱਥੇ ਕਿਹੜਾ 300-300 ਸਾਲ ਦੀਆਂ ਜ਼ਿੰਦਗੀਆਂ ਮਿਲੀਆਂ ਹੋਈਆਂ ਨੇ। ਮਸਾਂ ਹੀ ਮਨੁੱਖ 60-70 ਸਾਲ ਤੱਕ ਪਹੁੰਚਦਾ, ਡਿੱਗਦਾ ਢਹਿੰਦਾ ਜਾ ਵਿਚਾਰਾ। ਹੁਣ ਤਾਂ ਜ਼ਿੰਦਗੀਆਂ ਇੰਨੀਆਂ ਤਕਰੀਬਨ ਕਹਿ ਸਕੀਏ ਸਰੀਰ ਇੰਨੇ ਬੇਕਾਰ ਹੋ ਗਏ ਨੇ, ਤਕਰੀਬਨ 50 ਸਾਲ ਤੋਂ ਵੱਧ ਦਵਾਈਆਂ ਸ਼ੁਰੂ ਹੋ ਜਾਂਦੀਆਂ, ਦਵਾਈਆਂ ਦੇ ਸਹਾਰੇ ਚੱਲਦੇ ਨੇ। ਕੋਈ ਕਿਸੇ ਨੂੰ ਲਾਂਭੇ ਦੇਈ ਜਾਂਦਾ ਹੈ, ਕੋਈ ਕਿਸੇ ਨੂੰ ਲਾਂਭੇ ਦੇਈ ਜਾਂਦਾ ਹੈ। ਮਹਾਰਾਜ ਕਹਿੰਦੇ ਤੈਨੂੰ ਕਿਸੇ ਨੇ ਘੋਲ ਕੇ ਬਿਮਾਰੀਆਂ ਨਹੀਂ ਪਿਆਈਆਂ ਹੋਈਆਂ, ਇਹ ਤੂੰ ਆਪ ਹੀ ਖਾਣਾ ਪੀਣਾ ਹੈ। ਕੀਰਤਪੁਰ ਸਾਹਿਬ ਮਹਾਰਾਜ ਦੇ ਦੂਜੇ ਪਾਤਸ਼ਾਹ ਮਹਾਰਾਜ ਵੇਲੇ 52 ਬਾਗ ਲੱਗੇ ਸੀ, ਤੇ ਬਹੁਤ ਵੱਡਾ ਦਵਾਖਾਨਾ ਹੁੰਦਾ ਸੀ ਮਹਾਰਾਜ ਦਾ। ਸਰੀਰ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਮਹਾਰਾਜ ਨੇ ਸਾਰਾ ਕੁਝ ਸਾਨੂੰ ਬਖਸ਼ਿਆ ਹੋਇਆ। ਇਤਿਹਾਸ ਸਾਡੇ ਕੋਲ ਹੈ, ਗੁਰਬਾਣੀ ਸਾਡੇ ਕੋਲ ਹੈ। ਹਜੇ ਤੱਕ ਸ਼ਬਦ ਜਿਹੜੇ ਨੇ ਉਹ ਅਰਦਾਸੀਏ ਬੋਲਣੇ ਨਹੀਂ ਆਏ, ਹਜੇ ਤੱਕ ਅਰਦਾਸ ਦੇ ਸ਼ਬਦ ਨਹੀਂ ਬੋਲਣੇ ਆਏ।
लगातार। जो प्रभ को मिल बोच है खोज शब्द में ले। कलगीधर महाराज कहते तैनूं शब्द दे विचों खोज के ही सारा कुछ मिलना, उस तो पहला कुछ नहीं मिलना। तो शब्द तक तो कोई पहुँचता ही नहीं। बिल्डिंगां तक सारे पहुँच जाते हैं, सहूलतां तक सारे पहुँच जाते हैं, रमालियां तक सारे पहुँच जाते हैं, होर जगह ते सारे पहुँच जाते हैं, कोई शब्द तक नहीं पहुँचता। देखिया तो नहीं कदे कोई पहुँचता। गुरु साहिब जी महाराज कहते बिना शब्द तो गल नहीं बननी। बिना शब्द तो तेरी जिहड़ी जिंदगी है ये तकरीबन अधूरेपन दे विच ही रहनी है। जिन्ना टाइम तेरा चित्त करदा है तू उन्ना टाइम ही जिहड़ा है महाराज दे नाल रिलेटेड रही, पर तैनूं शब्द अभ्यास ते करना ही पैना है। इस तो बिना जड़ां तो बिना जिंदगी नहीं है। जिहदियां जड़ां नहीं उन्हां दी जिंदगी काहदी। ते जिन्हां ने सिमरन बंदगी नहीं कीता, परमात्मा दे चरनां दे नाल नहीं ना जुड़े, वो ते फिर गुरु दे बचन तो भी लांभे हो जाते हैं। गुरु दे बचन तो लांभे होया सी कमल नैन। कमल नैन नूं जदों कलगीधर महाराज आए ने ना साडे इस मालवे दे विच, ये मालवे दे विच महाराज कलगीधर महाराज जियां ने काल नूं पकड़िया सी रामिया ने। इन्हां पिंडां दे विच हुंदे होए महाराज कमल नैन दे कोल पहुंचे ने। ते कमल नैन नूं जिहड़ा कपूरा सी, कपूरे ने ढिलवां कलां पिंड सी जिहड़ा वो गोंद दिता होया सी। पुराने जमाने च दिंदे हुंदे सी ना पिंड, ते वो पिंड की सारी प्रॉपर्टी किसी नूं गोंद दे दिंदे हुंदे सी कि तू रख लै सारा पिंड, हुक्म चलू तेरा इस पिंड ते। 2 4 10 20 पिंड दे दिंदे हुंदे सी पुराने जमाने च। जदों महाराज कोले आए तो महाराज दे नाल इहने बचन विलास कीते। कमल नैन पुछण लग्या महाराज नूं, कहंदा महाराज जी तुसीं आए कित्थों? कलगीधर महाराज कहंदे कपूरे दीयां जड़ां पट के आए हैं, क्योंकि कपूरे ने अपनी कोठी देण तो ना करती सी ना महाराज नूं। डरदा सी मुगल सरकार तो, मुगलों तो डरदा सी कि वह कलगीधर महाराज का पिछा करते आ रहे ने, ते जे कलगीधर महाराज मेरे घर दे विच आ गए तो मेरा परिवार भी जिहड़ा सारा वो मार दिता जाना है, मुगलों ने मार देना है। महाराज नूं जवाब देता। महाराज ने बचन कीते ते वह अगाहां उहनूं मिली हुई सी, उत्थों पिंड की रियासत दिती हुई सी। वो कलगीधर महाराज नूं कहण लग्या गुरु गोबिंद सिंह महाराज जी, कहंदा कपूरे दीयां जड़ां तां मेरे ढिड दे विच लगियां होईयां ने, ये नहीं पट्टियां जांदियां। अगाह तो महाराज दे नाल वचन कर लिया। हुण कलगीधर महाराज कहण लगे लै सोढिया, कहंदे जे तूं ये वचन करदा ना कि कपूरे दीयां जड़ां तेरे ढिड दे विच लगियां होईयां, ते कलगीधर महाराज कहंदे जदों असीं महाराज दा अकाल पुरख दा हुक्म होया ते तेरे ढिड दे विचों भी जड़ां पट देंगे। कलगीधर महाराज दे बचन ने, तेरे ढिड दे विचों भी जड़ां पट देंगे। जिहड़ा ते गुरु साहिब तो महाराज तो हो गया मुनकर, ਉਹਦੇ नाल ते इंज ही होना है। ते जे कोई नाल जुड़ गया फिर ते अपने कोले इतिहास हैगा। जे पत्थर गुरु नानक दे पंजे दे नाल जुड़ गया, पत्थर साहिब बनया पिया। दुनिया मत्थे टेकदी है रहिंदी, दुनिया तक टिकने ने। कोई रीठे दा दरख्त गुरु नानक देव साहब महाराज बैठ गए, वो भी मिठा हो गया। जेड़ा निम गुरु साहिब जी महाराज दे नाल जुड़ गया, वो निम साहिब बन गया।
ਰਾਏਕੋਟ ਦੀ ਧਰਤੀ 'ਤੇ ਜਿਹੜੀ ਟਾਹਲੀ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਲ ਜੁੜ ਗਈ, ਉਹ ਟਾਹਲੀਆਣਾ ਸਾਹਿਬ ਬਣ ਗਿਆ। ਇਤਿਹਾਸ ਤੇ ਸਾਡੇ ਕੋਲ ਹੈ ਮਹਾਰਾਜ ਦਾ। ਜਿਹੜਾ ਜੁੜ ਗਿਆ ਉਹਨੂੰ ਤੇ ਰਹਿੰਦੀ ਦੁਨੀਆ ਤੱਕ ਸਜਦਾ ਹੋਣੀਆਂ ਹੀ ਹੋਣੀਆਂ ਨੇ, ਤੇ ਜਿਹੜਾ ਹੋ ਗਿਆ ਅਕਾਲ ਪੁਰਖ ਮਹਾਰਾਜ ਤੋਂ ਮੁਨਕਰ, ਉਹਨੂੰ ਸਾਰੀ ਦੀ ਸਾਰੀ ਜ਼ਿੰਦਗੀ ਲਾਹਨਤਾਂ ਪੈਣੀਆਂ ਨੇ। ਸਾਰੀ ਜ਼ਿੰਦਗੀ ਲਾਹਨਤਾਂ ਪੈਂਦੀਆਂ ਨੇ। ਇਹ ਸੋਢੀ ਸੀ, ਇਹ ਬਾਬੇ ਪਿਰਥੀ ਚੰਦ ਦਾ ਪੜਪੋਤਰਾ ਸੀ, ਕਿਉਂਕਿ ਉਦੋਂ ਬਾਬੇ ਪਿਰਥੀ ਚੰਦ ਅਤੇ ਮਹਾਦੇਵ ਵਰਗੇ ਹਰਿਮੰਦਰ ਸਾਹਿਬ ਤੋਂ ਗੱਡੇ ਭਰ ਕੇ ਸਾਜੋ ਸਮਾਨ ਤੇ ਪੂਜਾ ਦੇ ਇੱਧਰ ਮਾਲਵੇ ਦੇ ਵਿੱਚ ਆ ਕੇ ਲੁਕ ਗਏ ਸੀ ਨਾ, ਜਦੋਂ ਭਾਈ ਜੈਤਾ ਜੀ ਚਲੇ ਗਏ ਸੀ ਉੱਥੇ। ਉਦੋਂ ਇਹਨਾਂ ਨੇ ਆ ਕੇ ਬਹੁਤ ਸਾਰੇ ਨਗਰ ਵਸਾਏ ਸੀ ਇੱਥੇ, ਤੇ ਆਪ ਵੀ ਇਸੇ ਏਰੀਏ ਦੇ ਵਿੱਚ ਰਹੇ ਸੀ। ਆਪ ਵੀ ਇਸੇ ਏਰੀਏ ਦੇ ਵਿੱਚ ਰਹੇ ਸੀ। ਗੁਰੂ ਸਾਹਿਬ ਜੀ ਮਹਾਰਾਜ ਨੇ ਜਦੋਂ ਇਹਨਾਂ ਨੇ ਵਚਨ ਕੀਤਾ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਵਚਨ ਕਰ ਲਏ, ਉਦੋਂ ਬਾਅਦ ਸੀ ਜਿਹੜਾ ਇਹ ਕਮਲ ਲੈਣ, ਫਿਰ ਇਹ ਸੀ ਜਿਹੜਾ ਆ ਕੇ ਜਿੱਥੇ ਅੱਜ ਕੋਠਾ ਗੁਰੂ ਕਾ ਹੈ, ਇਸ ਜਗ੍ਹਾ ਤੇ ਰਹਿਣ ਲੱਗ ਗਿਆ ਸੀ ਆ ਕੇ। ਇਹ ਆਪ ਜੀ ਨੂੰ ਪਤਾ ਹੋਵੇ ਕਿ ਜਿੰਨੇ ਸਾਡੇ ਇਸ ਮਾਲਵੇ ਦੇ ਵਿੱਚ ਨਗਰ ਨੇ ਜਿਨ੍ਹਾਂ ਦੇ ਨਾਲ ਗੁਰੂ ਲੱਗੇ, ਮੈਂ ਪਹਿਲੇ ਵੀ ਇੱਕ ਵਚਨ ਕੀਤਾ ਸੀ, ਜਿਨ੍ਹਾਂ ਦੇ ਨਾਲ ਅੱਗੇ ਜਾਂ ਪਿੱਛੇ ਕੋਈ ਗੁਰੂ ਸ਼ਬਦ ਲੱਗਦਾ ਹੈ, ਗੁਰੂ ਦੇ ਨਾਲ ਰਿਲੇਟਡ ਸ਼ਬਦ ਲੱਗਦਾ ਹੈ, ਉਹ ਉਹਨਾਂ ਸਮਿਆਂ ਦੇ ਪਿੰਡ ਵਸਾਏ ਹੋਏ ਨੇ ਬਾਬੇ ਪਿਰਥੀ ਚੰਦ ਵਰਗੇ ਜਦੋਂ ਇੱਧਰ ਆਏ ਸੀ। ਬਹੁਤ ਸਾਰੇ ਪਿੰਡ ਇਹੋ ਜਿਹੇ ਨੇ, ਤੇ ਉਦੋਂ ਇਹਨਾਂ ਦੇ ਤਕਰੀਬਨ ਇਹ ਮਾਲਵੇ ਦਾ ਜੰਗਲ ਏਰੀਆ ਸੀਗਾ, ਇਹਦੇ ਵਿੱਚ ਜਿੰਨਾ ਜਿੰਨਾ ਰਕਬਾ ਕਿਸੇ ਤੋਂ ਰੁਕਦਾ ਸੀਗਾ ਉਹਨਾਂ ਰੋਕ ਲਿਆ ਗਿਆ ਸੀ। ਇਹ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਉਹ ਇੱਥੇ ਆ ਕੇ ਰਹਿਣ ਲੱਗ ਗਿਆ, ਤੇ ਇੱਧਰੋਂ ਜਿਹੜਾ ਕਪੂਰੇ ਦਾ ਸੀ ਉਹਦਾ ਅੰਤ ਆ ਗਿਆ। ਇਹ ਤਾਂ ਗੁਰੂ ਕਲਗੀਧਰ ਮਹਾਰਾਜ ਦੇ ਵਚਨ ਨੂੰ ਵਿਸਾਰ ਬੈਠਾ ਕਿ ਚਲੋ ਮਹਾਰਾਜ ਨੇ ਜਾਂਦੇ ਜਾਂਦਿਆਂ ਨੇ ਕੋਈ ਵਚਨ ਕਰ ਲਿਆ ਤੇ ਭੁੱਲ ਗਿਆ ਮਹਾਰਾਜ ਦੇ ਵਚਨ ਨੂੰ, ਕਿਉਂਕਿ ਅਕਸਰ ਮਨੁੱਖ ਦੀ ਇਹੀ ਜ਼ਿੰਦਗੀ ਹੈ ਕਿ ਪਹਿਲਾਂ ਤੇ ਗੁਰੂ ਦੇ ਵਚਨਾਂ ਨੂੰ ਸੁਣ ਲੈਂਦਾ ਹੈ, ਥੋੜ੍ਹਾ ਜਿਹਾ ਸਮਾਂ ਲੰਘਦਾ ਹੈ ਤੇ ਭੁੱਲ ਜਾਂਦਾ ਹੈ। ਥੋੜ੍ਹੇ ਜਿਹੇ ਦਿਨ ਲੰਘਦੇ ਨੇ, ਰਾਤਾਂ ਲੰਘਦੀਆਂ ਨੇ, ਭੁੱਲ ਜਾਂਦਾ ਹੈ। ਚੱਲ ਦਿਨ ਰਾਤ ਤਾਂ ਬਾਹਲਾ ਕਹਤੇ, ਘੰਟੇ ਵੀ ਬਾਹਲਾ ਹੋ ਜਾਣਗੇ ਜੇ ਕੁਛ ਘੰਟੇ ਕਿਹਾ ਤਾਂ ਚਲੋ ਮਿੰਟਾਂ 'ਤੇ ਹੀ ਗੱਲ ਰੱਖ ਲਓ। ਕੁਝ ਕੁ ਮਿੰਟ ਪਹਿਲਾਂ ਤੇ ਬਿਲਕੁਲ ਅਡੋਲ ਭਗਤ ਬਣ ਕੇ ਮਹਾਰਾਜ ਦੇ ਬਚਨ ਸੁਣੇ, ਤੇ ਪਲ ਦੇ ਵਿੱਚ ਪਲਟ ਕੇ ਕੁਝ ਮਿੰਟਾਂ ਦੇ ਬਾਅਦ ਹੀ ਜਿਹੜਾ ਹੈ ਮਨੁੱਖ ਸ਼ੈਤਾਨ ਬਣ ਜਾਂਦਾ ਹੈ। ਹੈਰਾਨਗੀ ਦੀ ਗੱਲ ਹੈ, ਇੱਕੋ ਪਲ ਦੇ ਵਿੱਚ ਬੰਦਾ ਬਿਲਕੁਲ ਦੇਵਤਿਆਂ ਦੀ ਤਰ੍ਹਾਂ ਬੈਠਾ ਰਹਿੰਦਾ ਹੈ, ਬਿਲਕੁਲ ਦੇਵਤਿਆਂ ਦੀ ਤਰ੍ਹਾਂ, ਤੇ ਇੱਕੋ ਪਲ ਦੇ ਵਿੱਚ ਪਲਟ ਕੇ ਹਰਨਾਕਸ਼ ਬਣ ਜਾਂਦਾ ਹੈ। ਕੀ ਤੂੰ ਮਹਾਰਾਜ ਦੇ ਇਸ ਜ਼ਿੰਦਗੀ ਦੇ ਵਿੱਚ ਆਹੀ ਕੁਛ ਖੱਟਣ ਵਾਸਤੇ ਆਇਆ ਸੀ? ਅਕਸਰ ਦੁਨੀਆ ਉਹਨੂੰ ਮੰਨ ਲੈਂਦੀ ਹੈ ਜੋ ਬਾਹਰੋਂ ਦਿਖਾਈ ਦਿੰਦਾ ਹੈ। ਗੁਰਬਾਣੀ ਬਸ ਇੱਥੇ ਹੀ ਬੰਦੇ ਨੂੰ ਰੋਕ ਲੈਂਦੀ ਹੈ, ਇੱਥੇ ਹੀ ਰੋਕ ਲੈਂਦੀ ਹੈ। ਤਿਲਕ ਕੇ ਡਿੱਗੇਗਾ। ਜੋ ਕੁਛ ਤੈਨੂੰ ਬਾਹਰੋਂ ਦਿਖਾਈ ਦਿੰਦਾ ਸੱਚ ਇਹ ਨਹੀਂ ਹੈ, ਸੱਚ ਉਹ ਹੈ ਜਿਹੜਾ ਕੁਛ ਬੰਦੇ ਦੇ ਅੰਦਰ ਚੱਲਦਾ ਹੈ। ਤੂੰ ਭੁਲੇਖੇ ਦੇ ਵਿੱਚ ਨਾ ਰਹੀਂ, ਤੂੰ ਕਿਸੇ ਵੀ ਭੁਲੇਖੇ ਦੇ ਵਿੱਚ ਨਾ ਰਹੀ। ਮਹਾਰਾਜ ਸੱਚ ਉਹ ਹੈ, ਮਨੁੱਖ ਅੰਦਰੋਂ ਜੋ ਕੁਛ ਹੈ ਅਸਲੀਅਤ ਇਨਸਾਨ ਉਹੀ ਹੈ। ਜੇ ਅੰਦਰੋਂ ਇਨਸਾਨ ਹੈ ਤੇ ਬਾਹਰੋਂ ਵੀ ਇਨਸਾਨ ਰਹੇਗਾ। ਜੇ ਅੰਦਰੋਂ ਸ਼ੈਤਾਨ ਹੈ ਇਹ ਪਲ ਵਾਸਤੇ ਤਾਂ ਬਿਲਕੁਲ ਐ ਭਗਵਾਨ ਦਾ ਰੂਪ ਬਣ ਕੇ ਇਹਨੇ ਬੈਠ ਜਾਣਾ, ਪਰ ਬਾਅਦ ਦੇ ਵਿੱਚ ਸ਼ੈਤਾਨ ਪ੍ਰਗਟ ਹੋ ਜਾਣਾ ਹੈ, ਬਾਅਦ ਦੇ ਵਿੱਚ ਸ਼ੈਤਾਨ ਪ੍ਰਗਟ ਹੋ ਜਾਣਾ ਹੈ।
ਫਿਰ ਬੜੇ ਆਸਾਨ ਤਰੀਕੇ ਲੱਭਦਾ ਹੈ ਕਿ ਝੂਠ ਕਿਵੇਂ ਮਾਰਨਾ ਹੈ, ਕਿੱਥੇ ਮਾਰਨਾ ਹੈ, ਠੱਗੀ ਕਿਵੇਂ ਕਰਨੀ ਹੈ, ਬੇਈਮਾਨੀ ਕਿਵੇਂ ਕਰਨੀ ਹੈ। ਮਨੁੱਖ ਨੇ ਕੱਲੀ ਆਪਣੀ ਜ਼ਿੰਦਗੀ ਬਰਬਾਦ ਨਹੀਂ ਕੀਤੀ, ਇਹਨੇ ਆਪਣਾ ਪੂਰੇ ਦਾ ਪੂਰਾ ਘਰ ਭਰ ਕੇ ਰੱਖ ਦਿੱਤਾ ਹੈ ਬੇਈਮਾਨੀਆਂ ਕਰ ਕਰਕੇ, ਕਿ ਆਉਣ ਵਾਲੀ ਪੀੜ੍ਹੀਆਂ ਵੀ ਉਹਨਾਂ ਵਾਸਤੇ ਵੀ ਇਹ ਬੇਈਮਾਨੀਆਂ ਜਮ੍ਹਾਂ ਕਰ ਕਰਕੇ ਰੱਖਤੀਆਂ ਵੀ ਲੈ ਤੁਹਾਡੇ ਵਾਸਤੇ ਇੰਨੀਆਂ ਬੇਈਮਾਨੀਆਂ, ਇੰਨੀਆਂ ਠੱਗੀਆਂ, ਇੰਨਾ ਸ਼ੈਤਾਨਪੁਣਾ ਮੈਂ ਤੁਹਾਡੇ ਵਾਸਤੇ ਘਰ ਦੇ ਵਿੱਚ ਜਮ੍ਹਾਂ ਕਰਕੇ ਰੱਖਤਾ ਅਤੇ ਤੁਸੀਂ ਹੁਣ ਇਹਨੂੰ ਵਰਤੀ ਜਾਇਓ। ਜਮ੍ਹਾਂ ਕਰਕੇ ਰੱਖਦੇ ਨਾ ਆਪਾਂ ਵਸਤੂਆਂ ਘਰਾਂ ਦੇ ਵਿੱਚ, ਖਾਣ ਪੀਣ ਵਾਲੀਆਂ ਵਸਤੂਆਂ, ਪਹਿਨਣ ਹੰਢਾਉਣ ਵਾਲੇ ਵਸਤਰ, ਇਹ ਜਮ੍ਹਾਂ ਕਰਕੇ ਰੱਖਦੇ ਹਨ। ਅਤੇ ਇਹ ਵੀ ਸਾਰੀ ਦੀਆਂ ਸਾਰੀਆਂ ਚੀਜ਼ਾਂ ਮਨੁੱਖ ਦੀ ਜ਼ਿੰਦਗੀ ਦੇ ਨਾਲ ਨੇ, ਜਿਹੜੀਆਂ ਬੇਈਮਾਨੀਆਂ, ਸ਼ੈਤਾਨਪੁਣਾ, ਇਹ ਸਾਰੇ ਦਾ ਸਾਰਾ ਮਨੁੱਖ ਨੇ ਆਪਣੇ ਕੋਲ ਜਮ੍ਹਾਂ ਕਰਕੇ ਰੱਖਿਆ ਹੋਇਆ, ਆਪਣੇ ਘਰ ਦੇ ਵਿੱਚ ਜਮ੍ਹਾਂ ਕਰਕੇ ਰੱਖ ਦਿੰਦਾ। ਅਤੇ ਔਲਾਦ ਜਦੋਂ ਉਹਨੂੰ ਵਰਤਣਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਇਹ ਉਲਾਂਭੇ ਦਿੰਦਾ ਦੂਸਰਿਆਂ ਨੂੰ। ਵਰਤਣਾ ਤਾਂ ਹੁਣ ਹੈਗੇ ਹੈ, ਜਿਹੜੀ ਚੀਜ਼ ਘਰ ਦੇ ਵਿੱਚ ਪਈ ਹੈ ਅਕਸਰ ਉਹਨੂੰ ਕਦੇ ਤਾਂ ਬੰਦਾ ਵਰਤਦਾ ਹੀ ਹੈ ਅਤੇ ਜਮ੍ਹਾਂ ਕਰਤੇ। ਹਾਂ, ਤੂੰ ਗੁਰੂ ਦਾ ਇਤਿਹਾਸ ਅਤੇ ਗੁਰੂ ਦਾ ਸ਼ਬਦ ਮਹਾਰਾਜ ਦੇ ਘਰ ਦੇ ਵਿੱਚੋਂ ਲਿਜਾ ਕੇ ਉਹਨੂੰ ਜਮ੍ਹਾਂ ਕਰਕੇ ਦੇਖ, ਫਿਰ ਦੱਸੀ ਵੀ ਤੇਰੇ ਘਰੇ ਦੇਵਤੇ ਪੈਦਾ ਹੁੰਦੇ ਨੇ ਕਿ ਨਹੀਂ ਹੁੰਦੇ। ਪਰ ਪਹਿਲੇ ਤੂੰ ਤੇ ਜੜ ਮਹਾਰਾਜ ਦੇ ਚਰਨਾਂ ਦੇ ਨਾਲ, ਪਹਿਲੇ ਆਪ ਤੇ ਜੁੜਿਆ ਨਹੀਂ ਹੈ, ਤੂੰ ਆਪ ਨਹੀਂ ਹਜੇ ਤੱਕ ਜੁੜਿਆ, ਆਪ ਹਜੇ ਤੱਕ ਜੁੜਿਆ ਨਹੀਂ ਹੈ, ਤੂੰ ਕਿਸੇ ਨੂੰ ਜੋੜਨ ਦੀ ਗੱਲ ਕਰਦਾ। ਮਹਾਰਾਜ ਕਹਿੰਦੇ 70 ਦੋਏ ਭਰੇ ਸਰ ਬਿਖ ਕਾ ਮਾਰ ਕਢਾਵੋ, ਤੇਰੀਆਂ 72 ਨਾੜੀਆਂ ਦੇ ਵਿੱਚ ਤੇ ਹਜੇ ਤੱਕ ਜ਼ਹਿਰ ਤੁਰੀ ਆਉਂਦੀ ਹੈ, ਹਜੇ ਤੱਕ ਜ਼ਹਿਰ। ਅੰਮ੍ਰਿਤ ਤੇ ਤੇਰੇ ਕੋਲ ਹੈ ਹੀ ਨਹੀਂ, ਕਿਉਂਕਿ ਅੰਮ੍ਰਿਤ ਇਸ ਜ਼ਹਿਰ ਬਾਹਰ ਨਿਕਲਣੀ ਸੀ, ਇਸ ਦੇ ਅੰਦਰ ਅੰਮ੍ਰਿਤ ਜਾਣਾ ਸੀ, ਇਸ ਦੇ ਨਾਲ ਅੰਮ੍ਰਿਤ ਜਾਣਾ ਸੀ, ਅਤੇ ਉਹ ਤਾਂ ਤੇਰੇ ਕੋਲ ਹੈ ਹੀ ਨਹੀਂ। ਗੁਰੂ ਦਾ ਸ਼ਬਦ, ਜਿਹੜੇ ਗੁਰੂ ਦਾ ਸ਼ਬਦ ਹੈ, ਗੁਰੂ ਦੇ ਸ਼ਬਦ ਦਾ ਅਭਿਆਸ, ਸਿਮਰਨ, ਬੰਦਗੀ, ਜਾਂ ਗੁਰੂ ਦੇ ਇਤਿਹਾਸ ਨੂੰ ਪੜ੍ਹਨਾ, ਸੁਣਨਾ, ਗਾਉਣਾ, ਇਹ ਤਾਂ ਬਾਹਲੀਆਂ ਗੱਲਾਂ ਦੂਰ ਦੀਆਂ ਰਹਿ ਗਈਆਂ, ਬਹੁਤੀਆਂ ਗੱਲਾਂ ਦੂਰ ਦੀਆਂ। ਪੁਰਾਣੇ ਜ਼ਮਾਨੇ 'ਚ ਲੋਕਾਂ ਦੇ ਘਰਾਂ 'ਚ ਬਰਕਤ ਹੁੰਦੀ ਸੀ, ਉਹ ਇਸ ਕਰਕੇ ਹੁੰਦੀ ਸੀ ਬਰਕਤ ਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਵਿਆਹ ਹੁੰਦਾ, ਜਿਹੜੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਸੀ, ਉਹ ਵੀ ਬਾਬੇ ਨਾਨਕ ਦੇ ਨਾਮ ਦੀਆਂ ਬੋਲੀਆਂ ਪੈਂਦੀਆਂ ਹੁੰਦੀਆਂ ਸੀ, ਭੈਣ ਨਾਨਕੀ ਦੇ ਨਾਮ ਦੀਆਂ ਬੋਲੀਆਂ ਪੈਂਦੀਆਂ ਹੁੰਦੀਆਂ ਸੀ। ਉਹਨਾਂ ਸਮਿਆਂ ਦੇ ਵਿੱਚ ਜੋ ਵੀ ਖੁਸ਼ੀ ਦੇ ਪ੍ਰੋਗਰਾਮ ਹੁੰਦੇ, ਉਹਨਾਂ ਦੇ ਵਿੱਚ ਖੁਸ਼ੀ ਜਿਹੜੀ ਸੀ ਉਹ ਬਾਬੇ ਨਾਨਕ ਦੇ ਨਾਮ ਦੇ ਨਾਲ ਰਿਲੇਟਡ ਕਰ ਦਿੱਤੀ ਜਾਂਦੀ ਹੁੰਦੀ ਸੀ। ਜੇ ਕੋਈ ਬੋਲੀਆਂ ਪੈਂਦੀਆਂ ਘਰਾਂ ਦੇ ਵਿੱਚ, ਗੀਤ ਗਾਏ ਜਾਂਦੇ ਇਤਿਹਾਸਕ, ਉਹ ਸਾਰਾ ਕੁਛ ਜਿਹੜਾ ਸੀ ਬਾਬੇ ਨਾਨਕ ਦਾ ਇਤਿਹਾਸ ਜਿਹੜਾ ਸੀ ਉਹ ਗਾਇਆ ਸੁਣਿਆ ਜਾਂਦਾ ਹੁੰਦਾ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ। ਧਾਰਮਿਕ ਗ੍ਰੰਥ ਘਰਾਂ ਦੇ ਵਿੱਚ ਹੁੰਦੇ ਸੀਗੇ, ਉਹਨਾਂ ਨੂੰ ਪੜ੍ਹਿਆ ਜਾਂਦਾ ਸੀ, ਇੱਕ ਜਣਾ ਪੜ੍ਹਦਾ ਅਤੇ ਬਾਕੀ ਪਰਿਵਾਰ ਵਾਲੇ ਸੁਣਦੇ ਹੁੰਦੇ ਸੀ। ਇਹ ਸਮਾਂ ਸੀ, ਉਦੋਂ ਦੌਰ ਚੱਲਿਆ, ਤਾਂ ਹੀ ਉਹਨਾਂ ਸਮਿਆਂ ਦੇ ਵਿੱਚ ਲੋਕ ਸੀ ਜਿਹੜੇ ਬਿਲਕੁਲ ਦੇਵਤਿਆਂ ਵਰਗੇ ਹੁੰਦੇ ਸੀ। ਨਾ ਕਿਸੇ ਨਾਲ ਠੱਗੀ ਕਰਨੀ, ਨਾ ਕਿਸੇ ਦੇ ਘਰੇ ਚੋਰੀ ਕਰਨੀ, ਨਾ ਬੇਈਮਾਨੀ ਕਰਨੀ, ਨਾ ਦੁਰਿਆਚਾਰ ਕਰਨਾ, ਨਾ ਕਿਸੇ 'ਤੇ ਅਤਿਆਚਾਰ ਕਰਨਾ। ਆ ਜਿਹੜੀਆਂ ਹੁਣ ਗੱਲਾਂ ਅਸੀਂ ਕਰੀ ਜਾਂਦੇ ਹਾਂ, ਤੇ 100 ਸਾਲ ਪਹਿਲਾਂ ਤੈਨੂੰ ਤਾਂ ਕੁਛ ਵੀ ਨਹੀਂ ਸੀਗਾ, ਕੁਛ ਵੀ ਨਹੀਂ ਸੀ, ਬੜੇ ਸੁਖੀ ਸੀ ਲੋਕ। ਕਾਰਨ ਕੀ ਹੋ ਗਿਆ? ਮਹਾਰਾਜ ਕਹਿੰਦੇ ਕਿ ਤੂੰ ਜਿਹੜਾ ਗੁਰੂ ਦਾ ਸ਼ਬਦ ਸੀ ਉਹਦਾ ਪ੍ਰਕਾਸ਼ ਨਹੀਂ ਕੀਤਾ, ਘਰੇ ਲਿਜਾ ਕੇ ਤੇ ਠੱਗੀਆਂ, ਚੋਰੀਆਂ, ਬੇਈਮਾਨੀਆਂ ਦੇ ਤੂੰ ਢੇਰ ਲਾ ਦਿੱਤੇ ਨੇ। ਬੰਦਾ ਕਹਿੰਦਾ ਮੈਂ ਚੋਰੀ ਨਹੀਂ ਕਰਦਾ, ਚੋਰੀ ਕਰਨਾ ਦੁਨੀਆਦਾਰੀ ਦੇ ਵਿੱਚ ਕੀ ਹੈ? ਕਿਸੇ ਦਾ ਸਮਾਨ ਚੁੱਕ ਕੇ ਆਪਦੇ ਘਰੇ ਲਿਆ ਕੇ ਰੱਖ ਲੈਣਾ, ਇਹਨੂੰ ਚੋਰੀ ਕਹਿੰਦੇ, ਇਸੇ ਨੂੰ ਚੋਰੀ ਕਹਿੰਦੇ ਨੇ। ਮਹਾਰਾਜ ਦੀ ਬਾਣੀ ਅੰਮ੍ਰਿਤ ਵੇਲੇ ਪੁੱਛਦੀ ਹੈ ਸੋਥੋਂ, ਸਾਰਿਆਂ ਤੋਂ, ਆਪਾਂ ਤੋਂ, ਕਿ ਜਿੰਨੀਆਂ ਤੂੰ ਨਗਰ ਖੇੜੇ ਸ਼ਹਿਰ ਕਸਬੇ ਦੇ ਵਿੱਚ ਬੇਈਮਾਨੀ ਕੀਤੀ ਹੈ, ਉਹ ਬੇਈਮਾਨੀ ਘਰੇ ਲੈ ਕੇ ਆਇਆ ਨਾ, ਘਰੇ ਤਾਂ ਲੈ ਕੇ ਆਇਆ ਨਾ। ਤੇ ਕੀ ਹੋ ਗਿਆ? ਤੂੰ ਚੋਰੀ ਨਹੀਂ ਕੀਤੀ, ਤੈਨੂੰ ਸਮਾਂ ਨਹੀਂ ਮਿਲਿਆ, ਗੱਲ ਮੌਕੇ ਦੀ ਸੀ, ਜੇ ਮੌਕਾ ਮਿਲਦਾ ਤੂੰ ਚੋਰੀ ਵੀ ਕਰ ਲੈਂਦੇ। ਬੇਈਮਾਨੀ ਤੇ ਆਪਣੇ ਘਰ ਵਿੱਚ ਲੈ ਕੇ ਆਇਆ ਨਾ।
बड़ा कुछ अपने घर दे विच ढोई जाना है, ते जिन्ना कुछ अपने घर दे विच ढोई जाना सारे दा सारा जहर है, सारी दी सारी जहर है। महाराज कहते तू गुरु दे शब्द दा जिहड़ा है ਉਹਨੂੰ प्रकाश कर, गुरु का शब्द लैके परमात्मा के घर विचों ਉਹਨੂੰ अपने घर दे विच जाके उसकी सांभ संभाल कर। गुरु साहिब जी महाराज दियां दे वचन, ते जिन्हें महाराज का वचन नहीं मन्निया ना, महाराज दे आखे नहीं लगते, क्योंकि महाराज दे आखे तो बंदा उदों ही लगता है जदों इनू कोई काम पै जे, उदों भजदा है महाराज वाल, ऊँ नहीं कोई भजदा। उंज ते सारी दुनिया जे किसी काम धंधे नूं कोई सेवा करनी होवे, सिमरन करना होवे, समा नहीं किसी कोले, मगरों समा निकलदा है, मगरों फिर कहते जी समा ही बहुत है हुण तां। महाराज किरपा करे कि पढ़िया सुनिया लेखे दे विच लावे। जिन्हें महाराज का बचन मन लिया, महाराज उन्होंने तिलकन नहीं देंदे, डिगन नहीं देंदे। महाराज दे बचन नूं भुल गया कमल नैन, कोठे गुरु के पिंड बैठा रसी, ते कपूरे का भी अंत आ गया, आना तो सी। महाराज दे नाले ने बचन कीता सी, कहंदा ओदियां जड़ां मेरे ढिड च लगियां होईयां ने। इसे ही पिंड दे विच भुल गया महाराज दे बचन नूं, आपो अपने काम धंधियां दे विच लग्या रहा, क्योंकि उन्होंने काफ़ी जमीन जायदाद घर बार मिलिया होया सी कपूरे वालों। भुल गया महाराज दे बचन नूं, इसे ही पिंड दे विच तुरिया जांदा सी, एक बहुत वड्डा साण आया ते साण ने उहदे ढिड च टक्कर मारी ते सिंग दे नाल सारे दा सारा ढिड पाड़ता। इधरों कोठे गुरु के पिंड दे विच कमल नैन मरिया, उधरों कपूरे दा अंत हो गया, उधरों कपूरे दा अंत हो गया। जिन्हें गुरु दे बचन नूं भुलाता उन्हां नाल यही होना है। जिन्हें गुरु दे बचन नूं रख लिया चेते, चित्त दे विच कि साडे चित्त दे विच है गुरु दा बचन, चेते शक्ति दे विच है गुरु दा बचन कि गुरु ने मैनूं फलाने टाइम ते बचन कीता सी। चित्त दे विच जिन्हां ने चेते शक्ति दे विच गुरु नूं याद रखिया है, गुरु साहिब जी महाराज उन्होंने सारे का सारा आने वाला समा सब कुछ पहला दस देंदे ने, वो तो बचन के उपाय भी दसते ने, अंदरों मनुख नूं शक्ति भी दिंदे ने उस समय दे नाल जंग करने वास्ते, उस समय दे नाल जंग करने वास्ते। अंदर दी शक्ति जंग करदा मनुख, खालसा सो जो करे नित जंग, नित जंग हुंदी है खालसे दी, गुरु दे प्यारे दी। वो हुंदी है हंकार दे नाल, लोभ दे नाल, क्रोध दे नाल, इन्हां चीज़ां दे नाल जंग हुंदी है खालसे दी। खालसा उही है जिहड़ा इन्हां चीज़ां दे नाल नित जंग करदा, नित जंग करदा। खालसा सो जो करे नित जंग, खालसा सो जो चढ़े नित तरंग। कलगीधर महाराज दे वचन ने कि गुरु साहिब जी महाराज कहते जिहड़ा नित जंग करदा है, क्रोध दे नाल लड़दा है कि तू मेरी जिंदगी दे विच नहीं आ सकदा, लोभ दे नाल लड़दा है कि तू मेरी जिंदगी दे विच नहीं आ सकदा, मोह दे नाल लड़दा है कि तू मेरी जिंदगी दे विच बहुता नहीं आ सकदा, हंकार दे नाल लड़दा है कि तू मैनू कदी जिंदगी दे विच मेरी च नहीं आ सकदा। इन्हां नाल लड़दा कौन है? कदे लड़ाई कीती है किसी ने? मनुख ते होर लोभी हुंदा तुरया जांदा है, हंकारी हुंदा तुरया जांदा है। ये तां इन्हां दे नाल अपनी दोस्ती निभा रहा है कि तुसीं मैनू जिंदगी दे विच नाल मिले हो ते मैं थोड़े नाल निभांगा, चंगा मंदा थोड़े नाल निभांगा। हंकार नूं कहंदा तू भी आ जा, लोभ नूं कहंदा तू भी आ जा, क्रोध नूं कहंदा तू ना पिछे रह जी, तू भी आ जा। महाराज कहंदे इन्हां दे नाल तां तू जंग करनी है, तेरी जिंदगी दे दुश्मन ने। मनुख इन्हां नूं अपनी जिंदगी दे मित्र समझी बैठा है कि तां मेरे मित्र ने। हुण कोई मनुख क्रोध नूं कदे किसी ने कहा भी कि तू मेरे घरे नहीं आ सकदा,
ਹੰਕਾਰ ਨੂੰ ਕਿਹਾ, ਲੋਭ ਨੂੰ ਕਿਹਾ ਕਦੇ? ਲੋਭੀ ਤਾਂ ਮਨੁੱਖ ਹੋਇਆ ਫਿਰਦਾ। ਕਿੱਥੋਂ ਤੱਕ ਮਨੁੱਖ ਲੋਭੀ ਹੋ ਗਿਆ? ਥਾਂ ਥਾਂ ਤੇ ਹਰ ਇੱਕ ਜਗ੍ਹਾ ਦੇ ਉੱਪਰ ਥਾਂ ਥਾਂ ਤੇ ਨਿਗਰਾਨੀ ਕਰਨੀ ਪੈਂਦੀ ਹੈ। ਮਨੁੱਖ ਲੋਭੀ ਜ਼ਿਆਦਾ ਹੋ ਗਿਆ। ਇਹਦਾ ਕੀ ਪਤਾ ਕਦੋਂ ਕੀ ਲੁੱਟ ਕੇ ਲੈ ਜੇ, ਕਿੱਥੋਂ ਲੁੱਟ ਕੇ ਲੈ ਜੇ। ਇਹਨੇ ਕਿਸੇ ਦੇ ਘਰ ਨੂੰ ਤਾਂ ਕੀ, ਇਹਨੇ ਤੇ ਗੁਰੂ ਦੇ ਘਰ ਨੂੰ ਵੀ ਨਹੀਂ ਬਖਸ਼ਣਾ। ਲੋਭ ਦੇ ਨਾਲ, ਕ੍ਰੋਧ ਦੇ ਨਾਲ, ਹੰਕਾਰ ਦੇ ਨਾਲ ਬੰਦੇ ਨੇ ਨਿਤ ਜੰਗ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਖਾਉਂਦੇ ਨੇ, ਤੇ ਮਨੁੱਖ ਇਹਨਾਂ ਨਾਲ ਦੋਸਤੀ ਪਾਈ ਬੈਠਾ। ਗੁਰਬਾਣੀ ਕਹਿੰਦੀ ਹੈ ਤੂੰ ਇਹਨਾਂ ਦੇ ਨਾਲ ਜੰਗ ਕਰਕੇ ਇਹਨਾਂ ਨੂੰ ਖਤਮ ਕਰ। ਮਨੁੱਖ ਇਹਨਾਂ ਨਾਲ ਦੋਸਤੀ ਪਾ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਇਹਨਾਂ ਦੀ ਸਾਂਭ ਸੰਭਾਲ ਕਰਦਾ ਹੈ। ਹਜੇ ਹੱਥ ਜੋੜ ਕੇ ਆਖੂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਂ ਤਾਂ ਸੋਥੋਂ ਬਗੈਰ ਕਿਸੇ ਨੂੰ ਮੰਨਦਾ ਨਹੀਂ, ਮੰਨਦਾ ਨਹੀਂ, ਕਹਿੰਦੇ ਮੈਂ ਤਾਂ ਸੋਥੋਂ ਬਗੈਰ ਕਿਸੇ ਨੂੰ। ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਦਾ ਹੈ, ਕੋਈ ਗੱਲ ਤਾਂ ਇੱਕ ਅੱਧੀ ਮੰਨ ਲਿਆ ਕਰ ਮਹਾਰਾਜ ਦੀ ਕਦੇ। ਇਹਨਾਂ ਦੇ ਨਾਲ ਜੰਗ ਕਰਕੇ ਇਹਨਾਂ ਨੂੰ ਜ਼ਿੰਦਗੀ ਚੋਂ ਦਫਾ ਕਰ ਦੇ ਮਹਾਰਾਜ ਕਹਿੰਦੇ ਤੂੰ, ਫਿਰ ਤੇਰੀ ਜ਼ਿੰਦਗੀ ਨਿਰਲੇਪਤਾ ਦੇ ਵਿੱਚ ਆ ਜਾਣੀ ਹੈ, ਸ੍ਰੇਸ਼ਟ ਬਣ ਜਾਣੀ ਹੈ ਜ਼ਿੰਦਗੀ। ਹੁਣ ਕਿਹਦੀ ਸ੍ਰੇਸ਼ਟ ਬਣਦੀ ਹੈ? ਸਭ ਦੀਆਂ ਸਭ ਜ਼ਿੰਦਗੀਆਂ ਡੁੱਬੀਆਂ ਪਈਆਂ ਨੇ। ਕੋਈ ਕਿਸੇ ਚਿੱਕੜ ਦੇ ਵਿੱਚ ਡੁੱਬ ਗਿਆ, ਕੋਈ ਕਿਸੇ ਚਿੱਕੜ ਦੇ ਵਿੱਚ ਡੁੱਬ ਗਿਆ। ਫਰਕ ਤਾਂ ਬਸ ਇੰਨਾ ਕੀ ਹੈ, ਕੋਈ ਤਾਂ ਛੱਪੜ ਦੇ ਵਿੱਚ ਡੁੱਬ ਗਿਆ ਤੇ ਕੋਈ ਵਗਦੀ ਹੋਈ ਨਹਿਰ ਦੇ ਵਿੱਚ ਡੁੱਬ ਗਿਆ। ਡੁੱਬ ਕੇ ਦੋਨੇ ਹੀ ਮਰੇ ਨੇ। ਬਸ ਫਰਕ ਇੰਨਾ ਕੁ ਹੈ ਕਿ ਜਿਹੜਾ ਛੱਪੜ ਦੇ ਵਿੱਚ ਆ ਉਹ ਵਿਚਾਰਾ ਚਿੱਕੜ ਦੇ ਵਿੱਚ ਡੁੱਬ ਗਿਆ, ਤੇ ਉਹਨੂੰ ਕਹਿੰਦੇ ਵੀ ਸਵੱਛ ਪਾਣੀ ਦੇ ਵਿੱਚ ਡੁੱਬ ਗਿਆ। ਡੁੱਬੇ ਦੋਨੇ ਹੀ ਨੇ, ਡੁੱਬੀਆਂ ਦੋਨੇ ਹੀ ਨੇ ਜ਼ਿੰਦਗੀਆਂ। ਮਤ ਕਿਸੇ ਭੁਲੇਖੇ ਦੇ ਵਿੱਚ ਰਹਿਣਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕਿਉਂ ਡੁੱਬਦਾ ਹੈ? ਇੱਥੇ ਡੁੱਬਣ ਵਾਸਤੇ ਨਹੀਂ ਤੂੰ ਆਇਆ ਸੀ, ਤੈਨੂੰ ਜ਼ਿੰਦਗੀ ਨਹੀਂ ਮਿਲੀ ਸੀ ਕਿ ਤੂੰ ਡੁੱਬੇ। ਬਥੇਰੀਆਂ ਜ਼ਿੰਦਗੀਆਂ ਡੁੱਬੀਆਂ ਹੋਈਆਂ ਨੇ। ਕਹਿੰਦੇ ਪਾਣੀ ਦੇ ਵਿੱਚ, ਸਵੱਛ ਪਾਣੀ ਦੇ ਵਿੱਚ ਡੁੱਬੇ ਹੋਏ ਹੈ ਤਾਂ ਡੁੱਬੇ ਹੀ, ਡੁੱਬਿਆ ਤਾਂ ਡੁੱਬੇ ਹੀ ਮੰਨਿਆ ਜਾਊਗਾ। ਮਿਰਤੂ ਤਾਂ ਮਿਰਤੂ ਮੰਨਿਆ ਜਾਊ, ਭਾਵੇਂ ਕਿਸੇ ਬਿਮਾਰੀ ਨਾਲ ਮਰ ਗਿਆ, ਭਾਵੇਂ ਡੁੱਬ ਕੇ ਮਰ ਗਿਆ, ਭਾਵੇਂ ਕੋਈ ਜਿਵੇਂ ਕਿਸੇ ਕਾਰਨ ਕਰਕੇ ਮਰ ਗਿਆ, ਪਰ ਮਰਿਆ ਤਾਂ ਮਰਿਆ ਹੀ ਮੰਨਿਆ ਜਾਊਗਾ ਨਾ। ਕਿਸੇ ਕਾਰਨ ਕਰਕੇ ਚੜ੍ਹਾਈ ਕਰ ਗਿਆ, ਡੁੱਬਿਆ ਤਾਂ ਡੁੱਬੇ ਹੀ ਮੰਨਿਆ ਜਾਊਗਾ, ਭਾਵੇਂ ਉਹ ਚੱਕੜ ਦੇ ਵਿੱਚ ਡੁੱਬ ਗਿਆ ਤੇ ਭਾਵੇਂ ਚੰਗੇ ਪਾਣੀ ਦੇ ਵਿੱਚ ਡੁੱਬ ਗਿਆ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਇੱਥੇ ਡੁੱਬਣ ਵਾਸਤੇ ਨਹੀਂ ਆਇਆ। ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਗੁਰੂ ਦੇ ਸ਼ਬਦ ਦੀ ਤੂੰ ਸਾਂਭ ਸੰਭਾਲ ਕਰਿਆ ਕਰ। ਇਹਨਾਂ ਚੀਜ਼ਾਂ ਦੇ ਨਾਲ ਤੈਨੂੰ ਜੰਗ ਕਰਨ ਵਾਸਤੇ ਮਹਾਰਾਜ ਦਾ ਸ਼ਬਦ ਤਿਆਰ ਕਰਦਾ ਹੈ। ਲੋਭ ਦੇ ਨਾਲ, ਹੰਕਾਰ ਦੇ ਨਾਲ, ਇਹਨਾਂ ਦੇ ਨਾਲ ਤੈਨੂੰ ਮਹਾਰਾਜ ਦਾ ਸ਼ਬਦ ਜੰਗ ਕਰਨ ਵਾਸਤੇ ਤਿਆਰ ਕਰਦਾ ਹੈ। ਇਹਨਾਂ ਨੂੰ ਤਾਂ ਬੜੇ ਆਸਾਨ ਤਰੀਕੇ ਦੇ ਨਾਲ ਸਾਂਭਿਆ ਹੋਇਆ ਹੈ। ਤੇ ਫਿਰ ਸਮਝ ਲੈਣਾ, ਮਹਾਰਾਜ ਨੇ ਬਚਨ ਕੀਤਾ ਹੈ ਕਿ ਜੇ ਤਾਂ ਗੁਰੂ ਦਾ ਬਚਨ ਜਾਵੇਗਾ ਮੰਨ, ਫਿਰ ਤਾਂ ਤੈਨੂੰ ਵੀ ਪਤਾ ਹੈ ਤੇਰੀ ਜ਼ਿੰਦਗੀ ਮਹਾਰਾਜ ਨੇ ਕਿਵੇਂ ਤਾਰ ਦੇਣੀ ਹੈ। ਜੇ ਗੁਰੂ ਦਾ ਬਚਨ ਸੁਣ ਕੇ ਮੰਨਿਆ ਨਾ ਤੇ ਫਿਰ ਕੱਲੀਆਂ ਸਾਖੀਆਂ ਨਾ ਸੁਣਿਆ ਕਰੋ, ਉਹਦੇ ਵਿੱਚੋਂ ਗਿਆਨ ਰੱਖ ਲਿਆ ਕਰੋ। ਇੱਕ ਅੱਧੀ ਗੱਲ ਸਾਂਭ ਕੇ ਪੱਲੇ ਦੇ ਵਿੱਚ। ਜਿਹਨੇ ਸੁਣ ਲਿਆ ਗੁਰੂ ਦਾ ਸ਼ਬਦ, ਸੁਣ ਕੇ ਮੰਨਿਆ ਨਾ, ਉਹਨਾਂ ਦੇ ਨਾਲ ਤਾਂ ਫਿਰ ਇਹੀ ਕੁਛ ਹੋਊਗਾ ਜੋ ਅਸੀਂ ਸੁਣ ਕੇ ਹਟੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਅਸੀਂ ਨਿੱਤਾ ਪ੍ਰਤੀ ਯਤਨ ਕਰਦੇ ਹਾਂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕਿ ਗੁਰੂ ਦੇ ਇਤਿਹਾਸ ਦੇ ਵਿੱਚੋਂ ਤੇ ਗੁਰੂ ਦੇ ਸ਼ਬਦ ਦੇ ਵਿੱਚੋਂ ਕੁਝ ਨਾ ਕੁਝ ਗਿਆਨ ਦੀ ਜਿਹੜੀ ਹੈ ਉਹ ਸਾਨੂੰ ਪ੍ਰਾਪਤੀ ਹੋਵੇ। ਅਕਾਲ ਪੁਰਖ ਮਹਾਰਾਜ ਜੀ ਗੁਰੂ ਨਾਨਕ ਦਾ ਬਚਨ ਸੁਣਿਆ। ਜੋਗ ਜੁਗਤ ਤਨ ਭੇਦ, ਤਨ ਦੇ ਸਾਰੇ ਜਿੰਨੇ ਭੇਦ ਨੇ ਮਹਾਰਾਜ ਕਹਿੰਦੇ ਤੂੰ ਸੁਣਿਆ ਕਰ ਪਵਿੱਤਰ ਗੁਰਬਾਣੀ ਨੂੰ। ਗੁਰਬਾਣੀ ਨੇ ਜੋ ਕੁਛ ਤੈਨੂੰ ਦੱਸਣਾ ਤੇਰੇ ਤਨ ਬਾਰੇ, ਤੈਨੂੰ ਹੋਰ ਕਿਸੇ ਨੇ ਦੱਸਣਾ ਨਹੀਂ ਹੈ। ਹੋਰ ਤਾਂ ਤੈਨੂੰ 2-4 ਚੀਜ਼ਾਂ ਦੱਸ ਦੇਣਗੇ। ਤੈਨੂੰ ਕੋਈ ਕੱਪੜੇ ਪਾਉਣੇ ਦੱਸ ਦਊਗਾ, ਖਾਣਾ ਪੀਣਾ ਦੱਸ ਦਊਗਾ, ਹੋਰ ਹੁਣ ਤੈਨੂੰ ਕੀ ਦੱਸ ਦੇਣਗੇ? ਇਸ ਤੋਂ ਅਲੱਗ ਕੀ ਦੱਸੂਗਾ ਕੋਈ ਤੈਨੂੰ? ਪਰ ਜੋ ਕੁਛ ਤੈਨੂੰ ਕਿਸੇ ਨੇ ਨਹੀਂ ਦੱਸਿਆ ਉਹ ਅਕਾਲ ਪੁਰਖ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਦੱਸੇਗੀ। ਪੜ੍ਹਿਆ ਕਰ, ਸੁਣਿਆ ਕਰ, ਉਸ 'ਤੇ ਕੁਝ ਨਾ ਕੁਝ ਅਮਲ ਕਰਿਆ ਕਰ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ